ਪਹਿਲਾਂ ਇਹ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜੈਨਰਿਕ ਮੈਡੀਸਨ ਹੁੰਦੀ ਕੀ ਹੈ। ਤੇ ਬੜੇ ਦੁੱਖ ਦੀ ਗੱਲ ਹੈ ਕਿ ਇਹਦੀ ਜਾਣਕਾਰੀ ਸਾਡੇ ਦਿਹਾਤ ਦੇ ਵਿੱਚ, ਸਾਡੇ ਪਿੰਡਾਂ ਵਿੱਚ ਤਾਂ ਕੀ ਹੋਣੀ ਹੈ, ਸਾਡੇ ਸ਼ਹਿਰਾਂ ਤੱਕ ਦੇ ਆਮ ਲੋਕਾਂ ਨੂੰ ਵੀ ਨਹੀਂ ਪਤਾ ਕਿ ਜੈਨਰਿਕ ਮੈਡੀਸਨ ਤੇ ਆਮ ਮੈਡੀਸਨ ਦੇ ਵਿੱਚ ਕੀ ਫਰਕ ਹੈ। ਜਿਹੜੀਆਂ ਜੈਨਰਿਕ ਮੈਡੀਸਨ ਨੇ ਤੇ ਆਮ ਮੈਡੀਸਨ ਨੇ, ਉਹਨਾਂ ਦੇ ਵਿੱਚ ਜਿਹੜਾ ਸਾਲਟ ਨੂੰ ਲੈ ਕੇ ਕੋਈ ਫਰਕ ਨਹੀਂ ਹੁੰਦਾ। ਜਿਹੜੀ ਸਭ ਤੋਂ ਪਹਿਲਾਂ ਉਹਨੂੰ ਇਨਵੈਂਟ ਕਰਦੀ ਹੈ, ਉਹਦਾ ਬਹੁਤ ਲੰਬਾ ਸਮਾਂ ਤੇ ਉਹਨਾਂ ਦੇ ਜਿਹੜੇ ਉਹਦੇ ਤੇ ਰਿਸਰਚ ਤੇ ਬੈਠੇ ਸਾਇੰਟਿਸਟ, ਡਾਕਟਰ, ਉਹਨਾਂ ਦੇ ਬਹੁਤ ਹਾਈਲੀ ਪੇਡ ਹੁੰਦੇ ਆ ਤੇ ਉਹਨਾਂ ਦਾ ਬਹੁਤ ਵੱਡਾ ਉਹਨਾਂ ਤੇ ਖਰਚਾ ਹੁੰਦਾ। ਉਹ ਉਹਨਾਂ ਨੂੰ ਪੇਟੈਂਟ ਕਰਾਉਂਦੀ ਹੈ ਤਾਂ ਜੋ ਉਹ ਕੰਪਨੀ, ਉਹ ਫਰਮ ਆਪਣੀ ਰਿਸਰਚ ਤੇ ਆਪਣੇ ਲੱਗੇ ਹੋਏ ਪੈਸੇ ਨੂੰ ਰਿਕਵਰ ਕਰ ਸਕੇ। ਉਸ ਤੋਂ ਬਾਅਦ ਕੋਈ ਵੀ ਮੈਡੀਕਲੀ ਕੰਪਨੀ ਜੋ ਇੱਕ ਗਵਰਨਮੈਂਟ ਵੱਲੋਂ ਰਜਿਸਟਰਡ ਕੰਪਨੀ ਹੈ, ਉਹ ਸੇਮ ਸਾਲਟ ਨੂੰ ਮਾਰਕੀਟ ਦੇ ਵਿੱਚ ਉਤਾਰ ਸਕਦੀ ਹੈ, ਜਿਹਦੀ ਕੀਮਤ ਉਹਦੇ ਨਾਲੋਂ 10 ਗੁਣਾ ਤੋਂ ਵੱਧ ਘੱਟ ਹੋ ਸਕਦੀ ਹੈ। ਜੈਨਰਿਕ ਮੈਡੀਸਨ ਜਦੋਂ ਮਾਰਕੀਟ 'ਚ ਆਉਂਦੀ ਹੈ, ਉਹਦੇ ਤੇ ਉਸ ਕੰਪਨੀ ਦਾ ਸਮਾਂ, ਪੈਸਾ, ਰਿਸਰਚ ਤੇ ਪੈਸਾ ਨਹੀਂ ਲੱਗਾ ਹੁੰਦਾ। ਉਹ ਇਸ ਕਰਕੇ ਸਸਤੀਆਂ ਹੁੰਦੀਆਂ। ਜੈਨਰਿਕ ਮੈਡੀਸਨ ਹੈ, ਉਹਦੇ ਪੱਤੇ ਦਾ ਫਰਕ ਹੋ ਸਕਦਾ, ਉਹਦੀ ਗੋਲੀ ਦਾ ਫਰਕ ਹੋ ਸਕਦਾ, ਉਹਦੇ ਟੇਸਟ ਦਾ ਫਰਕ ਹੋ ਸਕਦਾ ਹੈ, ਬਟ ਬੈਨੀਫਿਸ਼ਲੀ ਉਹ ਇਕੁਅਲੀ ਹੈ। ਜਿੰਨੀ ਕਿ ਇੱਕ ਆਪਾਂ 100 ਰੁਪਏ ਦੀ ਗੋਲੀ ਲੈਂਦੇ ਹਾਂ, ਜੈਨਰਿਕ ਅਸੀਂ ਅਗਰ 10 ਰੁਪਏ ਦੀ ਗੋਲੀ ਲੈਂਦੇ ਹਾਂ ਤਾਂ ਉਹਦੇ ਜਿਹੜਾ ਹੈਗਾ ਹੈਲਥ ਵਜੋਂ, ਸਾਡੀ ਸਿਹਤ ਦੇ ਵਿੱਚ ਜਿਹੜੇ ਉਹਨੇ ਫਾਇਦੇ ਕਰਨੇ ਆ, ਉਹਦੇ ਵਿੱਚ ਕੋਈ ਫਰਕ ਨਹੀਂ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦਰਸ਼ਕੋ, ਅੱਜ ਅਸੀਂ ਜਿਸ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਉਹ ਮਨੁੱਖ ਦੀ ਸਿਹਤ ਦੇ ਨਾਲ ਸੰਬੰਧਿਤ ਹੈ। ਕਿਹਾ ਜਾਂਦਾ ਹੈ ਜਿਹੋ ਜੀ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਹੋ ਗਈ ਹੈ, ਉਹਦੇ ਵਿੱਚ ਜੇ ਇਨਸਾਨ ਗੋਲੀ ਖਾ ਕੇ ਵੀ ਤੁਰਦਾ ਫਿਰਦਾ ਰਵੇ ਨਾ, ਦਵਾਈ ਖਾ ਕੇ ਵੀ, ਤਾਂ ਵੀ ਗਨੀਮਤ ਹੈ, ਤਾਂ ਵੀ ਪ੍ਰਮਾਤਮਾ ਦਾ ਸ਼ੁਕਰ ਹੈ। ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਜਦੋਂ ਕਿਸੇ ਨੂੰ ਕੋਈ ਸਰੀਰਕ ਤਕਲੀਫ ਹੁੰਦੀ ਹੈ, ਡਾਕਟਰ ਕੋਲ ਜਾਂਦਾ ਹੈ, ਡਾਕਟਰ ਦਵਾਈ ਲਿਖ ਕੇ ਦੇ ਦਿੰਦਾ ਹੈ ਤੇ ਉਹ ਪਰਚੀ ਲੈ ਕੇ ਜਿਹੜਾ ਮਰੀਜ਼ ਹੁੰਦਾ ਹੈ, ਕੈਮਿਸਟ ਕੋਲ ਜਾ ਕੇ ਦਵਾਈ ਲੈ ਕੇ ਖਾਣੀ ਸ਼ੁਰੂ ਕਰ ਦਿੰਦਾ ਹੈ। ਉਹਨੂੰ ਇਹ ਵੀ ਨਹੀਂ ਜਾਣਕਾਰੀ ਹੁੰਦੀ ਕਿ ਐਲੋਪੈਥਿਕ ਦਵਾਈ ਹੈ, ਹੋਮਿਓਪੈਥਿਕ ਦਵਾਈ ਹੈ, ਜਾਂ ਆਯੁਰਵੈਦਿਕ ਹੈਗੀ ਹੈ, ਜਾਂ ਇਸ ਤੋਂ ਉੱਪਰ ਇਹ ਜੈਨਰਿਕ ਮੈਡੀਸਿਨ ਹੈ ਕਿ ਨਹੀਂ ਹੈ। ਜੈਨਰਿਕ ਮੈਡੀਸਿਨ ਦਾ ਤਾਲੁਕ ਉਹਦੇ ਸਾਲਟ ਨਾਲ ਹੁੰਦਾ, ਉਹਦੀ ਕੀਮਤ ਨਾਲ ਹੁੰਦਾ ਹੈ, ਪਰ ਜਿਹੜਾ ਇਨਸਾਨ ਹੁੰਦਾ ਉਹਨੂੰ ਸਿਰਫ ਹੁੰਦਾ ਕਿ ਮੈਂ ਨਿਰੋਗ ਰਹਿਣਾ ਹੈਗਾ, ਦਵਾਈ ਜੈਨਰਿਕ ਹੋਵੇ ਨਾ ਹੋਵੇ, ਮੇਰੇ ਪੈਸੇ ਘੱਟ ਤੋਂ ਘੱਟ ਲੱਗਣ, ਇਹ ਜ਼ਰੂਰ ਸੋਚਦਾ ਹੁੰਦਾ ਹੈ। ਸੋ ਇਸ ਵਿਸ਼ੇ ਤੇ ਅੱਜ ਸਾਡੇ ਨਾਲ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਸਮਾਜਿਕ ਕਾਰਕੁਨ, ਸੋਸ਼ਲ ਐਕਟਿਵਿਸਟ ਹਰਪ੍ਰੀਤ ਕੰਬੋਜ ਮੌਜੂਦ ਨੇ। ਹਰਪ੍ਰੀਤ ਗੋਲੂਕੇ ਸਾਡੇ ਨਾਲ ਮੌਜੂਦ ਨੇ। ਸੋ ਇਹਨਾਂ ਤੋਂ ਜਾਣਾਂਗੇ ਕਿ ਜੈਨਰਿਕ ਦਵਾਈਆਂ ਜਿਹੜੀਆਂ ਆਮ ਪਬਲਿਕ ਨੂੰ ਕਿੰਨਾ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਹਰਪ੍ਰੀਤ ਗੋਲੂਕੇ ਜੀ, ਸਕਰੋਲ ਪੰਜਾਬ ਦੇ ਸਟੂਡੀਓ ਜਾਣ ਤੇ ਸਵਾਗਤ ਹੈ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਤੁਸੀਂ ਥੋੜਾ ਇਸ ਤੇ ਕਾਫੀ ਰਿਸਰਚ ਕੀਤੀ ਹੈਗੀ ਹੈ, ਪਤਾ ਕੀਤਾ ਕਿ ਜਿਹੜਾ ਆਮ ਬੰਦੇ ਦਾ ਜਿਹੜਾ ਜੈਨਰਿਕ ਦਵਾਈਆਂ ਨਾਲ ਕੀ ਸੰਬੰਧ ਹੈ। ਪਹਿਲਾਂ ਇਹ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜੈਨਰਿਕ ਮੈਡੀਸਨ ਹੁੰਦੀ ਕੀ ਹੈ। ਦੇਖੋ, ਇਹ ਜਿਹੜੀ ਜਾਣਕਾਰੀ ਹੈ ਇਹ ਸਰਕਾਰਾਂ ਨੂੰ, ਡਾਕਟਰਸ ਨੂੰ ਤੇ ਹਸਪੀਟਲਸ ਨੂੰ ਦੇਣੀ ਚਾਹੀਦੀ ਹੈ। ਤੇ ਬੜੇ ਦੁੱਖ ਦੀ ਗੱਲ ਹੈ ਕਿ ਇਹਦੀ ਜਾਣਕਾਰੀ ਸਾਡੇ ਦਿਹਾਤ ਦੇ ਵਿੱਚ, ਸਾਡੇ ਪਿੰਡਾਂ ਵਿੱਚ ਤਾਂ ਕੀ ਹੋਣੀ ਹੈ, ਸਾਡੇ ਸ਼ਹਿਰਾਂ ਤੱਕ ਦੇ ਆਮ ਲੋਕਾਂ ਨੂੰ ਵੀ ਨਹੀਂ ਪਤਾ ਕਿ ਜੈਨਰਿਕ ਮੈਡੀਸਨ ਤੇ ਆਮ ਮੈਡੀਸਨ ਦੇ ਵਿੱਚ ਕੀ ਫਰਕ ਹੁੰਦਾ ਜੀ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੀਆਂ ਜੈਨਰਿਕ ਮੈਡੀਸਨ ਨੇ ਤੇ ਆਮ ਮੈਡੀਸਨ ਨੇ, ਉਹਨਾਂ ਦੇ ਵਿੱਚ ਜਿਹੜਾ ਸਾਲਟ ਨੂੰ ਲੈ ਕੇ ਕੋਈ ਫਰਕ ਨਹੀਂ ਹੁੰਦਾ। ਅਗਰ ਕੋਈ ਫਰਕ ਹੁੰਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਫਰਕ ਹੈ ਉਹ ਇਹ ਹੈ ਕਿ ਜਿਹੜੀ ਨਾਰਮਲ ਮੈਡੀਸਨ ਹੁੰਦੀ ਹੈ, ਜਿਹੜੀ ਅਸੀਂ ਮੈਡੀਕਲ ਤੋਂ ਤੇ ਹਸਪੀਟਲਸ ਤੋਂ ਲੈਂਦੇ ਹਾਂ, ਉਹਨਾਂ ਦੇ ਵਿੱਚ ਜਿਹੜੀ ਕੰਪਨੀ ਉਹਨੂੰ ਰਿਸਰਚ ਕਰਦੀ ਹੈ, ਉਹਦੇ ਤੇ ਜਿਹੜੀ ਸਭ ਤੋਂ ਪਹਿਲਾਂ ਉਹਨੂੰ ਇਨਵੈਂਟ ਕਰਦੀ ਹੈ, ਉਹਦਾ ਬਹੁਤ ਲੰਬਾ ਸਮਾਂ ਤੇ ਉਹਨਾਂ ਦੇ ਜਿਹੜੇ ਉਹਦੇ ਤੇ ਰਿਸਰਚ ਤੇ ਬੈਠੇ ਸਾਇੰਟਿਸਟ, ਡਾਕਟਰ, ਉਹਨਾਂ ਦੇ ਬਹੁਤ ਹਾਈਲੀ ਪੇਡ ਹੁੰਦੇ ਆ ਤੇ ਉਹਨਾਂ ਦਾ ਬਹੁਤ ਵੱਡਾ ਉਹਨਾਂ ਤੇ ਖਰਚਾ ਹੁੰਦਾ ਜੀ। ਉਦੋਂ ਬਾਅਦ ਜਿਹੜੀ ਉਹ ਕੰਪਨੀ ਹੈ, ਫਰਮ ਹੈ, ਉਸ ਜਿਹੜੀ ਮੈਡੀਸਨ, ਚਾਹੇ ਉਹ ਕਿਸੇ ਵੀ ਬਿਮਾਰੀ ਨਾਲ ਰਿਲੇਟਡ ਹੋਵੇ, ਉਹ ਸਾਡੇ ਦਿਲ ਨਾਲ, ਸ਼ੂਗਰ, ਬਲੱਡ ਪ੍ਰੈਸ਼ਰ, ਕੋਈ ਵੀ ਵਟਐਵਰ, ਕੋਈ ਵੀ ਬਿਮਾਰੀ ਨਾਲ ਰਿਲੇਟਡ ਕੋਈ ਮੈਡੀਸਨ ਹੋ ਸਕਦੀ ਹੈ, ਉਹ ਉਹਨਾਂ ਨੂੰ ਪੇਟੈਂਟ ਕਰਾਉਂਦੀ ਹੈ ਤਾਂ ਜੋ ਉਹ ਕੰਪਨੀ, ਉਹ ਫਰਮ ਆਪਣੀ ਰਿਸਰਚ ਤੇ ਆਪਣੇ ਲੱਗੇ ਹੋਏ ਪੈਸੇ ਨੂੰ ਰਿਕਵਰ ਕਰ ਸਕੇ। ਆਮ ਭਾਸ਼ਾ ਜਿਹੜੀ ਹੈ ਰਜਿਸਟ੍ਰੇਸ਼ਨ ਕਰਾ ਲੈਂਦੀ ਹੈ, ਰਜਿਸਟ੍ਰੇਸ਼ਨ ਕਰਾ ਲੈਂਦੀ ਹੈ। ਉਹਦਾ ਇੱਕ ਸਮਾਂ ਹੁੰਦਾ ਹੈ, ਉਸ ਸਮੇਂ ਉਹਦਾ ਸਮਾਂ ਹੁੰਦਾ ਹੈ ਜਿਵੇਂ 10 ਸਾਲ 15 ਸਾਲ ਤੋਂ ਬਾਅਦ, ਫਿਰ ਉਹਦੀ ਜਦੋਂ ਐਕਸਪਾਇਰੀ ਹੋ ਜਾਂਦੀ ਹੈ, ਉਦੋਂ ਬਾਅਦ ਕੋਈ ਵੀ ਮੈਡੀਕਲੀ ਕੰਪਨੀ ਜੋ ਇੱਕ ਗਵਰਨਮੈਂਟ ਵੱਲੋਂ ਰਜਿਸਟਰਡ ਕੰਪਨੀ ਹੈ, ਉਹ ਸੇਮ ਸਾਲਟ ਨੂੰ ਮਾਰਕੀਟ ਦੇ ਵਿੱਚ ਉਤਾਰ ਸਕਦੀ ਹੈ, ਜਿਹਦੀ ਕੀਮਤ ਉਹਦੇ ਨਾਲੋਂ 10 ਗੁਣਾ ਤੋਂ ਵੱਧ ਘੱਟ ਹੋ ਸਕਦੀ ਹੈ। ਕਿਉਂਕਿ ਜੈਨਰਿਕ ਮੈਡੀਸਨ ਜਦੋਂ ਮਾਰਕੀਟ 'ਚ ਆਉਂਦੀ ਹੈ, ਉਹਦੇ ਤੇ ਉਸ ਕੰਪਨੀ ਦਾ ਸਮਾਂ, ਪੈਸਾ, ਰਿਸਰਚ ਤੇ ਪੈਸਾ ਨਹੀਂ ਲੱਗਾ ਹੁੰਦਾ। ਉਹ ਇਸ ਕਰਕੇ ਸਸਤੀਆਂ ਹੁੰਦੀਆਂ ਨੇ। ਦੇਖਣ ਦੇ ਵਿੱਚ ਜਿਹੜੀ ਜੈਨਰਿਕ ਮੈਡੀਸਨ ਹੈ ਉਹ
ਉਹਦੇ ਪੱਤੇ ਦਾ ਫਰਕ ਹੋ ਸਕਦਾ, ਉਹਦੀ ਗੋਲੀ ਦਾ ਫਰਕ ਹੋ ਸਕਦਾ, ਉਹਦੇ ਟੇਸਟ ਦਾ ਫਰਕ ਹੋ ਸਕਦਾ ਹੈ, ਬਟ ਬੈਨੀਫਿਸ਼ਲੀ ਉਹ ਇਕੁਅਲੀ ਹੈ। ਜਿੰਨੀ ਕਿ ਇੱਕ ਆਪਾਂ 100 ਰੁਪਏ ਦੀ ਗੋਲੀ ਲੈਂਦੇ ਹਾਂ, ਜਨਰਿਕ ਅਸੀਂ ਅਗਰ 10 ਰੁਪਏ ਦੀ ਗੋਲੀ ਲੈਂਦੇ ਹਾਂ ਤਾਂ ਉਹਦੇ ਜਿਹੜਾ ਹੈਗਾ ਹੈਲਥ ਵਜੋਂ ਸਾਡੀ ਸਿਹਤ ਦੇ ਵਿੱਚ ਜਿਹੜੇ ਉਹਨੇ ਫਾਇਦੇ ਕਰਨੇ ਆ ਉਹਦੇ ਵਿੱਚ ਕੋਈ ਫਰਕ ਨਹੀਂ। ਅਗਰ ਆਪਾਂ ਸਾਈਡ ਇਫੈਕਟ ਦੀ ਗੱਲ ਕਰੀਏ ਤਾਂ ਉਹ ਇੱਕ 100 ਰੁਪਏ ਵਾਲੀ ਗੋਲੀ ਵੀ ਸਾਈਡ ਇਫੈਕਟ ਉਨਾ ਹੀ ਕਰਦੀ ਹੈ ਜਿੰਨਾ ਇੱਕ 10 ਰੁਪਏ ਵਾਲੀ ਗੋਲੀ ਕਰਦੀ। ਮਤਲਬ ਹਰਪ੍ਰੀਤ ਜੀ ਵਿੱਚ ਇਹ ਚੀਜ਼ ਹੋ ਗਈ ਕਿ ਜਦੋਂ ਕੰਪਨੀ ਦਾ ਸਮਾਂ ਤੈਅ ਹੋਇਆ ਪਿਆ ਸੀ, ਜਿਹਨੇ ਪਹਿਲੀ ਵਾਰ ਦਵਾਈ ਦੀ ਖੋਜ ਕੀਤੀ ਸੀ, ਉਹਦਾ ਜਦੋਂ ਸਮਾਂ ਲੰਘ ਗਿਆ, ਸਾਲਟ ਉਹੀ ਹੈ, ਕੋਈ ਵੀ ਕੰਪਨੀ ਵਰਤ ਸਕਦੀ ਹੈ ਇਹਨੂੰ, ਕੀਮਤ ਘਟ ਜਾਏਗੀ ਉਹਦੀ, ਕੀਮਤ ਘਟ ਜਾਏਗੀ, ਮਤਲਬ ਉਹ ਮਨੁੱਖ ਦੀ ਸਿਹਤ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ, ਸਾਲਟ ਉਹੀ ਰਹੇਗਾ, ਉਹਦਾ ਪੱਧਰ ਉਹੀ ਰਹੇਗਾ ਦਵਾਈ ਦਾ। ਬਿਲਕੁਲ। ਮੈਂ ਇਹ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਵਾਰ ਸਾਨੂੰ ਕੋਈ ਗੁੰਮਰਾਹ ਕਰ ਸਕਦਾ ਹੈ ਕਿ ਜੀ ਇਹ ਸਸਤੀ ਹੈ ਤੇ ਇਹਦੇ ਬੈਨੀਫਿਟਸ ਘੱਟ ਹੋਣਗੇ ਜਾਂ ਇਹਦੇ ਸਾਈਡ ਇਫੈਕਟ ਘੱਟ ਹੋਣਗੇ, ਜਾਂ ਉਹਨੂੰ ਸਬ ਸਟੈਂਡਰਡ ਕਹਿ ਸਕਦੇ ਆ। ਹਾਂ, ਕੋਈ ਇਦਾਂ ਦੀ ਗੱਲ ਨਹੀਂ ਹੈ, ਕੋਈ ਗ੍ਰੇਡ ਦਾ ਫਰਕ ਨਹੀਂ ਹੈ, ਕਿਉਂਕਿ ਦੇਖੋ ਇਨਸਾਨ ਕੋਈ ਸਦੀਵੀ ਤਾਂ ਹੈ ਨਹੀਂ, ਕੋਈ ਅਮਰ ਨਹੀਂ ਹੈ, ਹਰੇਕ ਇਨਸਾਨ ਨੇ ਇੱਕ ਦਿਨ ਮਰਨਾ ਹੈ। ਬਟ ਉਹਦੇ ਵਿੱਚ ਅਗਰ ਕੋਈ ਸਾਨੂੰ ਇਹ ਕਹੇ, ਡਾਕਟਰ ਜਾਂ ਕੋਈ ਸਾਨੂੰ ਆਮ ਭਾਸ਼ਾ ਵਿੱਚ ਸਾਡੇ ਆਂਢ ਗੁਆਂਢ ਵਾਲਾ ਬੰਦਾ ਜਾਂ ਕੋਈ ਵੀ ਦੁਨਿਆਵੀ ਬੰਦਾ ਕਹਿ ਦਿੰਦਾ ਹੈ ਕਿ ਜੈਨਰਿਕ ਦਵਾਈਆਂ ਜਿਹੜੀਆਂ ਉਹ ਸਾਨੂੰ ਇਕੁਅਲ ਬੈਨੀਫਿਟ ਨਹੀਂ ਦਿੰਦੀਆਂ ਜਿੰਨੀਆਂ ਕਿ ਆਮ ਮੈਡੀਕਲ ਜਿਹੜੀਆਂ ਮਹਿੰਗੀਆਂ ਦਵਾਈਆਂ ਦਿੰਦੀਆਂ, ਤਾਂ ਇਹ ਬਿਲਕੁਲ ਗਲਤ ਗੱਲ ਹੈ। ਕਿਉਂਕਿ ਪੂਰੇ ਵਰਲਡ ਦੇ ਵਿੱਚ ਜੈਨਰਿਕ ਮੈਡੀਸਨ ਦਾ ਬਹੁਤ ਵੱਡਾ ਬਾਜ਼ਾਰ ਹੈ। ਸਾਡੇ ਦੇਸ਼ ਤੋਂ ਬਹੁਤ ਸਾਰੀਆਂ ਜੈਨਰਿਕ ਮੈਡੀਸਨ ਜਿਹੜੀਆਂ ਨੇ ਉਹ ਐਕਸਪੋਰਟ ਕੀਤੀਆਂ ਜਾਂਦੀਆਂ, ਤਾਂ ਇਹਦੇ ਵਿੱਚ ਜੋ ਅਜੇ ਤੱਕ ਦੀ ਰਿਸਰਚ ਹੈ ਉਹ ਇਹ ਹੈ ਕਿ ਇਹਦੇ ਨਾਲ ਜਿਹੜਾ ਜੈਨਰਿਕ ਮੈਡੀਸਨ ਨਾਲ ਵੀ ਅਸੀਂ ਉਨੀ ਸਾਨੂੰ ਹੈਲਥ ਬੈਨੀਫੀਸ਼ੀਅਲ ਮਿਲਦੇ ਆ ਜਿੰਨੇ ਕਿ ਸਾਨੂੰ ਮਹਿੰਗੀ ਦਵਾਈ ਨਾਲ ਮਿਲਦੇ ਆ। ਫਰਕ ਇਹ ਹੈ ਕਿ ਇਹਦਾ ਜਿਹੜਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ। ਪ੍ਰਚਾਰ ਕਿਉਂ ਨਹੀਂ ਕੀਤਾ ਜਾ ਰਿਹਾ? ਸਰਕਾਰ, ਕੰਪਨੀਜ਼ ਤੇ ਹਸਪੀਟਲ ਦੀ ਤੇ ਡਾਕਟਰਸ ਦਾ ਇੱਕ ਨੈਕਸਸ ਬਣਿਆ ਹੋਇਆ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਉਹ ਕਾਬਜ ਹੈ, ਜਿਹੜਾ ਕਿ ਮਹਿੰਗੀਆਂ ਦਵਾਈਆਂ ਵੇਚਣ ਵੱਲ ਧਿਆਨ ਰਹਿੰਦਾ ਜਿਹਦਾ। ਬਿਲਕੁਲ ਜੀ, ਉਹ ਹਮੇਸ਼ਾ ਸਾਨੂੰ ਕਿਸੇ ਗੱਲ ਤੇ ਕਿਸੇ ਵੀ ਗਰੀਬ ਨੂੰ ਅਵੇਅਰ ਨਹੀਂ ਕਰਦੇ ਕਿ ਤੁਸੀਂ ਤੁਹਾਡੇ ਕੋਲ ਆਪਸ਼ਨ ਇੱਕ ਹੋਰ ਵੀ ਹੈਗਾ ਸਸਤੀ ਦਵਾਈ ਵਾਲਾ। ਉੱਥੇ ਹਮੇਸ਼ਾ ਹੀ ਜਿਹੜੀਆਂ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ, ਤੇ ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਦੇ ਗਰੀਬ ਲੋਕ ਨੇ ਉਹ ਇਸ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਆ, ਜਿਹੜੇ ਬੈਨੀਫਿਟ ਨਹੀਂ ਚੱਕ ਪਾਉਂਦੇ। ਅਗਰ ਸਾਨੂੰ ਸਾਰਿਆਂ ਨੂੰ ਜੈਨਰਿਕ ਮੈਡੀਸਨ ਬਾਰੇ ਅਵੇਅਰਨੈਸ ਹੋਊਗੀ ਤਾਂ ਸਾਡੇ ਦੇਸ਼ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡਾ ਹਿੱਸਾ ਜਿਹੜੀ ਪਾਪੂਲੇਸ਼ਨ ਦਾ ਗਰੀਬ ਹੈ ਤੇ ਜਿਹੜਾ ਆਪਣੀ ਦਵਾਈ ਤੇ ਅਫੋਰਡ ਨਹੀਂ ਕਰ ਪਾਉਂਦਾ। ਤਾਂ ਮੈਨੂੰ ਉਮੀਦ ਹੈ ਕਿ ਅਗਰ ਉਹਨਾਂ ਨੂੰ ਜੈਨਰਿਕ ਬਾਰੇ ਜਾਣਕਾਰੀ ਹੋਊਗੀ ਤਾਂ ਉਹ ਵੀ ਇਸ ਸਹੂਲਤ ਤੋਂ ਕਦੇ ਵਾਂਝੇ ਨਹੀਂ ਰਹਿਣਗੇ, ਉਹ ਵੀ ਆਪਣਾ ਟਾਈਮਲੀ ਇਲਾਜ ਕਰਵਾ ਸਕਣਗੇ ਤੇ ਆਪਣੀ ਜਿਹੜੀ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੈ। ਇਹਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਹੈ ਉਹ ਸਾਨੂੰ ਹੋਣੀ ਅਤੀ ਜ਼ਰੂਰੀ ਹੈ। ਸੋ ਹਰਪ੍ਰੀਤ ਜੀ, ਇੱਕ ਨਾ ਦਵਾਈਆਂ ਦੇ ਬਾਜ਼ਾਰ ਦੇ ਵਿੱਚ ਬੜੀ ਕਾਮਨ ਜੀ ਗੱਲ ਕਹੀ ਜਾਂਦੀ ਹੈ ਕਿ ਦਵਾਈ ਇੱਕ ਅਜਿਹੀ ਚੀਜ਼ ਹੈ ਜਿਹੜੀ ਪੈਸਿਆਂ 'ਚ ਬਣਦੀ ਹੈ, ਰੁਪਈਆਂ 'ਚ ਵਿਕਦੀ ਹੈ, ਭਾਵ ਕਿ ਬਹੁਤ ਜ਼ਿਆਦਾ ਮੁਨਾਫਾ ਕਮਾਉਂਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ। ਕਿੰਨੀ ਕੁ ਸੱਚਾਈ ਹੈ ਇਹਦੇ 'ਚ? ਇਹਦੇ ਵਿੱਚ ਦੇਖੋ, ਸੱਚਾਈ ਤਾਂ ਮੈਂ ਇਹਦੇ 'ਚ ਇਹ ਕਹੂੰਗਾ, ਕੋਈ ਵੀ ਰਿਸਰਚ ਕਰੇ ਜੀ, ਜਿੰਨੀਆਂ ਵੀ ਵਰਲਡ ਦੀਆਂ ਸਭ ਤੋਂ ਅਮੀਰ ਕੰਪਨੀਜ਼ ਨੇ ਉਹ ਇਹ ਮੈਡੀਕਲ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ। ਉਹ ਹੀ ਸਾਡੀਆਂ ਜਿਹੜੀਆਂ ਅੱਗੇ ਜਾ ਕੇ ਫਿਰ ਸਰਕਾਰਾਂ ਨੂੰ ਫੰਡਿੰਗ ਕਰਦੀਆਂ, ਸਰਕਾਰਾਂ ਫਿਰ ਉਹਨਾਂ ਨੂੰ ਜੋ ਵੀ ਮਨ ਚਾਹੇ ਰੇਟ ਹੈ ਜਾਂ ਉਹਨਾਂ ਦਾ ਜੋ ਵੀ, ਮੈਂ ਤੁਹਾਨੂੰ ਗੱਲ ਪਹਿਲਾਂ ਕਹਿ ਕੇ ਹਟੇ ਹਾਂ ਕਿ ਕਿਹੜੀ ਚੀਜ਼ ਦੀ ਜਾਣਕਾਰੀ ਦੇਣੀ ਹੈ, ਕਿਹੜੀ ਨਹੀਂ ਦੇਣੀ, ਕਿੰਨੇ ਰੇਟਸ ਰੱਖਣੇ ਆ, ਤਾਂ ਆਪਾਂ ਮਨ ਚਾਹੇ ਰੱਖਦੀਆਂ। ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਉਹਨਾਂ ਨਾਲ ਮਿਲੀਆਂ ਹੋਈਆਂ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਕੰਪਨੀਜ਼ ਨੇ ਜਿਹੜੀਆਂ ਇਹ ਬਹੁਤ ਮਤਲਬ ਇਹ ਕਹਿ ਲਓ ਕਿ ਵਰਲਡ ਦੇ ਵਿੱਚ ਇਹ ਰੂਲ ਕਰ ਰਹੀਆਂ ਨੇ ਜੀ। ਤੇ ਸਾਨੂੰ ਇਹਨਾਂ ਲਈ ਆਦਮੀ ਕੋਈ ਇੰਪੋਰਟੈਂਟ ਨਹੀਂ ਹੈ, ਇਹਨਾਂ ਲਈ ਸਿਰਫ ਪੈਸਾ ਹੈ ਤੇ ਪੈਸਾ ਇਹ ਕਮਾ ਰਹੀਆਂ ਨੇ। ਚਾਹੇ ਕਿਸੇ ਗਰੀਬ ਨੂੰ ਸਹੂਲਤ ਮਿਲੇ ਨਾ ਮਿਲੇ, ਮੈਡੀਕਲੀ ਉਹ ਆਪਣਾ ਜਿਹੜਾ ਖਰਚਾ ਅਫੋਰਡ ਕਰ ਸਕੇ, ਚਾਹੇ ਉਹ ਆਪਣੀ ਜ਼ਮੀਨ ਵੇਚੇ, ਗਹਿਣੇ ਵੇਚੇ। ਤੇ ਇਹ ਦਵਾਈਆਂ ਜਿਹੜੀਆਂ ਨੇ ਇਹਨਾਂ ਬਾਰੇ ਅਗਰ ਕਿਸੇ ਨੂੰ ਜਾਣਕਾਰੀ ਜੈਨਰਿਕ ਬਾਰੇ ਹੋਊਗੀ ਤਾਂ ਬਹੁਤ ਸਾਰੀ ਸਾਡੇ ਦੇਸ਼ ਦੀ ਵੱਡਾ ਹਿੱਸਾ ਪਾਪੂਲੇਸ਼ਨ ਦਾ ਜਿਹੜਾ ਹੈਗਾ ਜਿਹੜਾ ਉਹ ਇਹਦੇ ਵਿੱਚ ਇਹ ਸਹੂਲਤਾਂ ਦੇ ਵਿੱਚ ਦਵਾਈਆਂ ਤੋਂ ਵਾਂਝਾ ਰਹਿ ਜਾਂਦਾ, ਦਵਾਈਆਂ ਉਹ ਜੈਨਰਿਕ ਖਾ ਸਕਦਾ ਹੈ। ਅੱਛਾ, ਇੱਕ ਚੀਜ਼ ਹੋਰ ਜਿਹੜੀ ਇਹਦੇ ਵਿੱਚ ਕਹੀ ਜਾਂਦੀ ਹੈ, ਤੁਸੀਂ ਖੈਰ ਇਹ ਗੱਲ ਸਾਫ਼-ਸਾਫ਼ ਦੱਸ ਹੀ ਦਿੱਤੀ ਹੈ ਕਿ ਸਰਕਾਰਾਂ ਇਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਕਹਿ ਲਓ ਬਣੀਆਂ ਹੋਈਆਂ ਨੇ। ਕਾਰਪੋਰੇਟ ਘਰਾਣੇ ਦਵਾਈਆਂ ਵਾਲੇ ਹੈਗੇ ਨੇ, ਭਾਵੇਂ ਰਨਵੈਕਸੀ ਦੀ ਗੱਲ ਕਰੀਏ ਜਾਂ ਹੋਰ ਹਿੰਦੁਸਤਾਨ ਲੀਵਰ ਲਿਮਟਿਡ ਦੀ ਗੱਲ ਕਰੀਏ, ਹੋਰ ਕਈ ਵੱਡੀਆਂ ਜਿਹੜੀਆਂ ਸਿਪਲਾ ਦੀ ਆਪਾਂ ਗੱਲ ਕਰ ਲਈਏ, ਵੱਡੀਆਂ ਕੰਪਨੀਆਂ ਹੈਗੀਆਂ ਨੇ। ਨਹੀਂ ਲੱਗਦਾ ਸਰਕਾਰਾਂ ਨੂੰ ਵੈਸੇ, ਭਾਵੇਂ ਠੀਕ ਹੈ ਇਹਨਾਂ ਦੇ ਹੱਥਾਂ 'ਚ ਖੇਡਦੀਆਂ ਨੇ, ਕੀਮਤਾਂ ਤੈਅ ਕਰ ਦੇਣੀਆਂ ਚਾਹੀਦੀਆਂ ਨੇ ਦਵਾਈਆਂ ਦੀਆਂ? ਇਹ ਬੜੇ ਦੁੱਖ ਦੀ ਗੱਲ ਹੈ ਕਿ ਵੇਖੋ, ਇਨਸਾਨ ਨੂੰ ਜਦ ਕਿ ਆਪਾਂ ਅੱਜ ਦੇ ਯੁੱਗ ਦੇ ਵਿੱਚ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਕਿਉਂਕਿ ਆਪਾਂ ਦੇਖਦੇ ਹਾਂ ਕਿ ਬਿਮਾਰੀਆਂ ਦੀ ਬਹੁਤ ਵੱਡੀ ਭਰਮਾਰ ਹੈ। ਹਰੇਕ ਬੱਚਾ ਜਦੋਂ ਜੰਮਦਾ ਉਸ ਦਿਨ ਤੋਂ ਦਵਾਈ ਸ਼ੁਰੂ ਕਰ ਦਿੰਦਾ, ਜਾਂ ਬੱਚਾ ਜੇ ਜੰਮਿਆ ਵੀ ਨਹੀਂ ਹੁੰਦਾ ਤਾਂ ਮਾਂ ਸ਼ੁਰੂ ਕਰ ਦਿੰਦੀ ਹੈ। ਉਦੋਂ ਬਾਅਦ ਜਿਹੜੀਆਂ ਹੈਗੀਆਂ ਨੇ ਸਾਨੂੰ ਮਰਦੇ ਤੱਕ ਜਿਹੜੀਆਂ ਦਵਾਈਆਂ ਖਾਣੀਆਂ ਪੈਂਦੀਆਂ। ਤਾਂ ਸਾਡੇ ਦੇਸ਼ ਵਰਗੇ, ਸਾਡੇ ਇੰਡੀਆ ਵਰਗੇ ਮੁਲਕ ਦੇ ਵਿੱਚ ਜਿਹੜੀਆਂ ਦਵਾਈਆਂ ਬਹੁਤ ਵੱਡੀ ਮਾਤਰਾ ਵਿੱਚ ਯੂਜ਼ ਕਰਦਾ ਹੈ, ਤੇ ਇੱਥੇ ਵੀ ਕੋਈ ਪੈਮਾਨਾ ਨਹੀਂ, ਕੋਈ ਉਹਦੇ ਤੇ ਸਰਕਾਰਾਂ ਦਾ ਬਹੁਤ ਵੱਡਾ
ਕੰਟਰੋਲ ਨਹੀਂ ਕਿ ਇਹਨਾਂ ਦੇ ਕੀ ਰੇਟ ਰੱਖੇ ਜਾਣ ਕੀ ਨਾ ਰੱਖੇ ਜਾਣ। ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਚੀਜ਼ 5 ਰੁਪਏ 'ਚ ਤਿਆਰ ਹੁੰਦੀ ਹੈ ਤਾਂ 500 ਰੁਪਏ ਦੇ ਵਿੱਚ ਵੇਚੀ ਜਾਂਦੀ ਹੈ ਜੀ। ਇਹ ਰਾਜੀਵ ਦੀਕਸ਼ਿਤ ਆਪਾਂ ਸਾਰੇ ਜਾਣਦੇ ਆ, ਜਿਨ੍ਹਾਂ ਦਾ ਇੱਕ ਮਿਸਟਰੀ ਦੇ ਵਿੱਚ ਇੱਕ ਮੌਤ ਹੋਈ ਸੀ, ਜਿਹੜੇ ਬਾਬਾ ਰਾਮਦੇਵ ਦੇ ਨਾਲ ਜੁੜੇ ਹੋਏ ਸੀ, ਇੱਕ ਆਯੁਰਵੇਦ ਦੇ ਡਾਕਟਰ ਸੀ। ਉਹ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਸੀ ਕਿ $7 ਦਾ ਇਹ ਬਣਦਾ ਹੈ ਸਟੰਟ, ਜਿਹੜਾ ਸਾਨੂੰ 2.5 ਲੱਖ ਰੁਪਏ ਦਾ, 2 ਲੱਖ ਦਾ, 1.5 ਲੱਖ ਦਾ ਵੇਚਿਆ ਜਾਂਦਾ ਜੀ। ਤੇ ਇਹ ਜਿਹੜੀਆਂ ਸਰਕਾਰਾਂ ਨੂੰ ਇਹਨਾਂ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਜੀ। ਤਾਂ ਜੋ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਗਰੀਬ ਰਹਿੰਦੇ ਨੇ, ਸ਼ਹਿਰਾਂ ਦੇ ਵਿੱਚ ਵੀ ਗਰੀਬ ਹੁੰਦੇ ਨੇ, ਜਿਨ੍ਹਾਂ ਨੂੰ ਸੁੱਖ ਸਹੂਲਤਾਂ ਜਿਹੜੀਆਂ ਹਸਪੀਟਲਸ ਤੋਂ ਵਿਚਾਰੇ ਜਿਹੜੇ ਹੈਗੇ ਨੇ ਉਹ ਵਾਂਝੇ ਰਹਿ ਜਾਂਦੇ ਆ, ਤੇ ਉਹਨਾਂ ਨੂੰ ਪਹੁੰਚਣ ਸਰਕਾਰਾਂ ਨੂੰ ਇਹਦੇ ਤੇ ਬਿਲਕੁਲ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਜੀ। ਸੋ ਦਰਸ਼ਕੋ, ਹਰਪ੍ਰੀਤ ਜੀ ਨੇ ਜਿਹੜੀ ਸਾਨੂੰ ਅੱਜ ਜਾਣਕਾਰੀ ਦਿੱਤੀ ਹੈ ਕਿ ਜੈਨਰਿਕ ਦਵਾਈਆਂ ਜਦੋਂ ਤੁਸੀਂ ਨਾਮ ਸੁਣਦੇ ਹੋ, ਜਦੋਂ ਤੁਹਾਨੂੰ ਲੈਣ ਲਈ ਕਿਹਾ ਜਾਂਦਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਸਾਲਟ ਉਹੀ ਉੱਚ ਪੱਧਰ ਦਾ ਹੁੰਦਾ ਹੈ। ਕੀਮਤ ਘੱਟ ਹੋਣ ਨਾਲ ਤੁਹਾਨੂੰ ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਦਵਾਈ ਸਬ ਸਟੈਂਡਰਡ ਹੋਏਗੀ, ਤੁਹਾਡੀ ਸਿਹਤ ਤੇ ਅਸਰ ਨਹੀਂ ਕਰੇਗੀ, ਤੁਹਾਡਾ ਰੋਗ ਜਿਹੜਾ ਹੈਗਾ ਦੂਰ ਨਹੀਂ ਹੋਏਗਾ। ਪਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ, ਸਾਡੇ ਹੁਕਮਰਾਨ ਵੀ ਜ਼ਿੰਮੇਦਾਰ ਹੈਗੇ ਨੇ, ਜਿਹੜੇ ਕਿ ਇਸ ਚੀਜ਼ ਦਾ ਵੱਧ ਤੋਂ ਵੱਧ ਪ੍ਰਚਾਰ ਨਹੀਂ ਕਰਦੇ, ਲੋਕਾਂ 'ਚ ਜਾਗਰੂਕਤਾ ਨਹੀਂ ਫੈਲਾਉਂਦੇ, ਕਿਉਂਕਿ ਕਿਤੇ ਨਾ ਕਿਤੇ ਕਾਰਪੋਰੇਟਾਂ ਨੂੰ ਵੱਧ ਤੋਂ ਵੱਧ ਪੈਸਾ ਕਮਾ ਕੇ ਦੇਣਾ ਸਰਕਾਰਾਂ ਦੀ ਮਜਬੂਰੀ ਵੀ ਹੁੰਦੀ ਹੈ। ਸੋ ਹਰਪ੍ਰੀਤ ਜੀ, ਸਾਡੇ ਸਟੂਡੀਓ 'ਚ ਆ ਕੇ ਸਾਨੂੰ ਇਹ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ। ਹੋਰ ਤਾਜ਼ੀਆਂ ਤੇ ਨਵੀਆਂ ਅਪਡੇਟਸ ਲਈ ਦੇਖਦੇ ਰਹੋ ਸਕਰੋਲ ਪੰਜਾਬ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।